ਹੈਲੋ ਸਟੂਡੈਂਟਸ ਰਾਜੇ ਅੱਜ ਆਪਾਂ ਕਰਾਂਗੇ ਟਾਈਪਸ ਆਫ ਆਪਰੇਟਰਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਬੇਸਿਕਲੀ ਦੇਖਿਆ ਜਾਵੇ ਆਪਰੇਟਰਸ ਤਿੰਨ ਤਰ੍ਹਾਂ ਦੇ ਹੁੰਦੇ ਨੇ, ਬਾਈਨਰੀ ਆਪਰੇਟਰ, ਯੂਨਰੀ ਆਪਰੇਟਰ ਔਰ ਟਰਨਰੀ ਆਪਰੇਟਰ। ਜਾਂ ਫਿਰ ਇਨ ਟਰਨਰੀ ਆਪਰੇਟਰ ਨੂੰ ਆਪਾਂ ਕਹਿ ਦਿੰਦੇ ਹਾਂ ਕੰਡੀਸ਼ਨਲ ਆਪਰੇਟਰਸ ਦਾ ਵੀ ਆਪਾਂ ਕੀ ਕਹਿੰਦੇ ਨੇ ਨਾਮ ਦੇ ਦਿੰਦੇ ਹੁੰਦੇ ਇਹਦੇ ਵਿੱਚ। ਤੇ ਯੂਨਰੀ ਆਪਰੇਟਰ ਆ ਗਏ ਤੇ ਆਪਣੇ ਕੋਲ ਕੀ ਆ ਗਏ ਇਹ ਬਾਈਨਰੀ ਆਪਰੇਟਰਸ ਆ ਗਏ। ਇਹ ਆਪਰੇਟਰਸ ਕੀ ਕੰਮ ਕਰਦੇ ਨੇ ਰਾਜੇ, ਇਹ ਆਪਾਂ ਨੇ ਕੁਛ ਵੀ ਅਰਥਮੈਟਿਕਲੀ ਆਪਾਂ ਨੇ ਵਰਕ ਕਰਨਾ ਹੋਵੇ, ਕਿਸੇ ਵੀ ਚੀਜ਼ ਦੀ ਆਪਾਂ ਨੇ ਮਲਟੀਪਲੀਕੇਸ਼ਨ ਕਰਨੀ ਹੋਵੇ, ਉਹ ਸਾਰੇ ਆਪਰੇਟਰਸ ਨੂੰ ਕੀ ਕਰਦੇ ਨੇ ਇਹ ਕਵਰ ਕਰਦੇ ਨੇ। ਜਿਵੇਂ ਕਿ ਇਹਦੀ ਐਗਜ਼ਾਮਪਲ ਦੇਖੋ ਰਾਜੇ, ਐਗਜ਼ਾਮਪਲ ਦੇ ਵਿੱਚ ਕਿਵੇਂ ਜਿਵੇਂ ਅਰਥਮੈਟਿਕ ਆਪਰੇਟਰਸ ਨੇਗੇ। ਜੋ ਅਰਥਮੈਟਿਕ ਆਪਰੇਟਰਸ ਨੇ ਨਾ, ਦੇਖੋ ਦੋਜ਼ ਆਪਰੇਟਰ ਆਰ ਵਿਚ ਆਰ ਯੂਜ਼ ਟੂ ਦਾ ਮੈਥਮੈਟਿਕਲੀ ਕੈਲਕੂਲੇਸ਼ਨਸ। ਇਹਨਾਂ ਵਿੱਚ ਮੈਥਮੈਟਿਕਲੀ ਕੈਲਕੂਲੇਸ਼ਨਸ ਕੀਤੀ ਜਾਂਦੀ ਹੈ ਇਹਦੇ ਵਿੱਚ, ਜਿਹਦੇ ਵਿੱਚ ਆਪਾਂ ਨੇ ਪਲੱਸ ਮਾਈਨਸ ਮਲਟੀਪਲੀਕੇਸ਼ਨ ਸਬਟਰੈਕਸ਼ਨ ਇਹ ਸਾਰਾ ਕੁਝ ਆਪਾਂ ਨੇ ਇਹ 'ਚ ਦੇਖਣਾ ਹੁੰਦਾ ਹੈਗਾ। ਪਲੱਸ ਦੇ ਲਈ ਆਪਾਂ ਐਡੀਸ਼ਨ ਯੂਜ਼ ਕਰਾਂਗੇ, ਮਾਈਨਸ ਦੇ ਲਈ ਆਪਾਂ ਸਬਟਰੈਕਸ਼ਨ ਯੂਜ਼ ਕਰਾਂਗੇ, ਮਲਟੀਪਲੀਕੇਸ਼ਨ ਲਈ ਸਟਾਰ ਯੂਜ਼ ਕਰਾਂਗੇ, ਡਿਵੀਜ਼ਨ ਲਈ ਆਪਾਂ ਬੈਕਸਲੈਸ਼ ਯੂਜ਼ ਕਰਾਂਗੇ ਅਤੇ ਮੋਡਲਸ ਲਈ ਆਪਾਂ ਪਰਸੈਂਟੇਜ ਯੂਜ਼ ਕਰਾਂਗੇ। ਇਸ ਤਰੀਕੇ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਆਪਾਂ ਆਪਣੇ ਆਪਰੇਟਰਸ ਨੂੰ ਕਵਰ ਅਪ ਕਰ ਸਕਦੇ। ਜਿਵੇਂ ਕਿ ਇਹਦਾ ਹੁਣ ਪ੍ਰੋਗਰਾਮ ਹੈਗਾ ਆਪਣੇ ਕੋਲ, ਪ੍ਰੋਗਰਾਮ ਦੇ ਵਿੱਚ ਦੇਖੋ ਹੈਸ਼ ਇਨਕਲੂਡ studio.h, ਹੈਸ਼ ਇਨਕਲੂਡ conio.h। ਸਟੂਡੀਓ ਸਟੈਂਡਰਡ ਇਨਪੁਟ ਆਊਟਪੁੱਟ ਦੇ ਲਈ ਯੂਜ਼ ਕੀਤਾ ਜਾਂਦਾ ਹੈ ਅਤੇ ਹੈਸ਼ ਇਨਕਲੂਡ conio ਆਊਟਪੁੱਟ ਲਈ ਯੂਜ਼ ਕੀਤਾ ਜਾਂਦਾ ਹੈ। ਇਹ ਦੋਨੋਂ ਲਾਇਬ੍ਰੇਰੀ ਫਾਈਲਸ ਨੇਗੀਆਂ ਜਿਹੜੇ ਕਿ ਆਪਾਂ ਯੂਜ਼ ਕਰਦੇ ਹਾਂ। ਵਾਇਡ ਮੇਨ ਕੀ ਹੈ, ਸਟਾਰਟਿੰਗ ਫੰਕਸ਼ਨ ਹੈ ਆਪਣਾ, ਸਟਾਰਟਿੰਗ ਬ੍ਰੇਸਿਸ ਹੋ ਗਏ ਆਪਣੇ ਕੋਲ, ਇੰਟ ABCD ਆਪਾਂ ਨੇ ਵੇਰੀਏਬਲਸ ਲੈ ਲਏ, ਅਲੱਗ-ਅਲੱਗ ਤਰ੍ਹਾਂ ਦੇ ਵੇਰੀਏਬਲਸ ਨੇ ਜਿਨ੍ਹਾਂ ਨੂੰ ਤੁਸੀਂ ਕੀ ਕਰ ਸਕਦੇ ਹੋ ਕਵਰ ਅਪ ਕਰ ਸਕਦੇ ਹੋ। ਵੇਰੀਏਬਲ ਦੇ ਵਿੱਚ ਰਾਜੇ ਹੁਣ ਕੀ ਹੈ ਕਿ ਆਪਾਂ ਨੇ ਹਰ ਇੱਕ ਦੀ ਵੈਲੂ ਦੇਣੀ ਹੈ, A ਦੀ ਵੈਲੂ ਦੇਤੀ, B ਦੀ ਵੈਲੂ ਦੇਤੀ, ਇਹ ਦੋਨਾਂ ਦੀ ਵੈਲੂ ਨੂੰ ਕਿਹਦੇ ਵਿੱਚ ਸਟੋਰ ਕਰਾਂਗੇ, C ਦੇ ਵਿੱਚ। ਇਹ ਸਾਰੇ ਆਪਰੇਟਰਸ ਨੇਗੇ ਆਪਣੇ ਕੋਲ, A + B A - B ਆਪਾਂ ਨੇ ਜੋ ਵੀ ਆਪਣਾ ਫਾਰਮੂਲਾ ਲਗਾਉਣਾ ਹੈ ਉਹਨਾਂ ਦੀ ਵੈਲੂ ਇਹਦੇ ਵਿੱਚ ਕਵਰ ਅਪ ਹੋ ਜਾਏਗੀ। ਦੈਨ ਪ੍ਰਿੰਟ ਦੇ ਵਿੱਚ ਆਪਾਂ ਇਹਨਾਂ ਨੂੰ ਅਸੈਸ ਕਰ ਦਾਂਗੇ ਜਿਹਦੇ ਵਿੱਚ ਵੈਲੂ ਸਟੋਰ ਹੋ ਰਹੀ ਹੈ। ਜਦੋਂ ਆਪਾਂ ਆਪਣੇ ਪ੍ਰੋਗਰਾਮ ਨੂੰ ਰਨ ਕਰਾਂਗੇ ਤਾਂ ਆਪਣੇ ਕੋਲ ਇਸ ਟਾਈਪ ਦੀ ਆਊਟਪੁੱਟ ਆ ਜਾਏਗੀ। ਆਊਟਪੁੱਟ ਦੇ ਵਿੱਚ ਕੀ ਹੈਗਾ ਰਾਜੇ ਕਿ ਆਪਣੇ ਆਊਟਪੁੱਟ ਦੇ ਵਿੱਚ ਜਿਸ ਵੀ ਤੁਹਾਨੂੰ 10 + 3 ਕੀਤਾ ਹੈ ਤਾਂ 13 ਆ ਗਿਆ, 10 - ਕੀਤਾ ਹੈ ਤਾਂ 7 ਆ ਗਿਆ। ਇਸ ਤਰੀਕੇ ਦੇ ਨਾਲ ਇਹ ਆਪਣੇ ਆਪਰੇਟਰਸ ਕੰਮ ਕਰਦੇ ਨੇ। ਅੱਗੇ ਆਪਣੇ ਕੋਲ ਰਿਲੇਸ਼ਨਲ ਆਪਰੇਟਰਸ ਅਲਾਓ ਅਸ ਟੂ ਕੰਪੇਅਰ ਦਾ ਟੂ ਵੈਲਿਊਜ਼ ਨੂੰ ਕੰਪੇਅਰ ਕਰਦੇ ਨੇ ਟੂ ਸੀ ਵੈਦਰ ਦੇ ਆਰ ਇਕੁਅਲ ਟੂ ਈਚ ਅਦਰ, ਵੀ ਇਹ ਇੱਕ ਦੂਜੇ ਦੇ ਇਕੁਅਲ ਹੈਗੇ ਨੇ ਜਾਂ ਨਹੀਂ ਹੈਗੇ। ਇਹ ਚੀਜ਼ ਦੇ ਵਿੱਚ ਦੇਖਿਆ ਜਾਂਦਾ ਹੈ ਵੈਦਰ ਵਨ ਇਜ਼ ਗ੍ਰੇਟਰ ਦੈਨ ਅਦਰ, ਇੱਕ ਦੂਸਰੇ ਤੋਂ ਬੜਾ ਹੈਗਾ ਜਾਂ ਉਸ ਤੋਂ ਲੈਸ ਦੈਨ ਹੈ। ਇਹ ਕਿਹੜੇ ਆਪਰੇਟਰ ਦੇ ਵਿੱਚ ਆਪਾਂ ਚੈੱਕ ਕਰਦੇ ਹਾਂ, ਰਿਲੇਸ਼ਨਲ ਆਪਰੇਟਰ ਦੇ ਵਿੱਚ ਚੈੱਕ ਕਰਦੇ ਹਾਂ। ਅਤੇ ਰਿਲੇਸ਼ਨਲ ਆਪਰੇਟਰਸ ਆਰ ਦਾ ਬਾਈਨਰੀ ਆਪਰੇਟਰਸ, ਇਹਨਾਂ ਨੂੰ ਬਾਈਨਰੀ ਆਪਰੇਟਰਸ ਵੀ ਕਹਿ ਦਿੰਦੇ ਹਾਂ। ਇਫ ਦਾ ਕੰਪੈਰੀਜ਼ਨ ਟਰੂ ਦੈਨ ਆਊਟਪੁੱਟ ਇਜ਼ 1, ਅਗਰ ਸਾਡਾ ਕੰਪੈਰੀਜ਼ਨ ਟਰੂ ਹੈ ਤਾਂ ਆਊਟਪੁੱਟ 1 ਆਏਗੀ। ਇਫ ਫਾਲਸ, ਜੇ ਫਾਲਸ ਹੈ ਤਾਂ ਆਊਟਪੁੱਟ ਇਜ਼ 0, ਤਾਂ ਸਾਡੀ ਆਊਟਪੁੱਟ ਕੀ ਆਏਗੀ ਇਹਦੇ ਵਿੱਚ 0 ਆਊਗੀ। ਜਿਵੇਂ ਕਿ ਇਹਦੀ ਐਗਜ਼ਾਮਪਲ ਦੇਖੋ, ਹੁਣ ਐਗਜ਼ਾਮਪਲ ਦੇ ਵਿੱਚ ਰਿਲੇਸ਼ਨਲ ਆਪਰੇਟਰ ਡਬਲ ਇਕੁਅਲ ਟੂ ਦਾ ਕੰਮ ਕਰਦਾ ਹੈ, ਲੈਸ ਦੈਨ, ਗ੍ਰੇਟਰ ਦੈਨ, ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲ ਟੂ। ਹੁਣ ਐਗਜ਼ਾਮਪਲਸ ਦੇ ਵਿੱਚ ਹੈਸ਼ ਇਨਕਲੂਡ studio.h ਦੋਨੋਂ ਲਾਇਬ੍ਰੇਰੀ ਫਾਈਲਸ ਲੈ ਲਈਆਂ, ਵਾਇਡ ਮੇਨ ਲੈ ਲਿਆ ਆਪਾਂ ਨੇ, ਇਹਦੇ ਵਿੱਚ ਇੰਟ A ਤੇ B ਲੈ ਲਿਆ ਆਪਾਂ ਨੇ, ਦੋ ਵੇਰੀਏਬਲ ਲੈ ਲਏ, ਦੋਨਾਂ ਦੀ ਵੈਲੂ ਕਵਰ A ਦੀ ਵੈਲੂ 4 ਦੇਤੀ, B ਦੀ ਵੈਲੂ 4 ਦੇਤੀ। ਜਿਹੜੇ ਆਪਣੇ ਕੋਲ ਇਹ ਸਾਰੇ ਪ੍ਰਿੰਟ ਦੇ ਵਿੱਚ ਕਮਾਂਡਸ ਨੇ, A ਡਬਲ ਇਕੁਅਲ ਟੂ ਆਪਾਂ ਨੇ ਉੱਪਰ ਆਪਰੇਟਰ ਯੂਜ਼ ਕੀਤੇ ਨੇਗੇ, ਯਾਨੀ ਕਿ ਆਪਾਂ ਨੇ ਜਿਹੜੇ ਆ ਸਾਰੇ ਆਪਰੇਟਰ ਯੂਜ਼ ਕੀਤੇ ਨੇ ਇਹ ਸਾਰੇ ਆਪਰੇਟਰ ਆਪਾਂ ਇੱਥੇ ਯੂਜ਼ ਕਰ ਦਾਂਗੇ। ਇਹਨਾਂ ਨੂੰ ਕੰਪੈਰੀਜ਼ਨ ਕਰਾਂਗੇ, ਜਦੋਂ ਆਪਾਂ ਇਹਨਾਂ ਦੀ ਵੈਲੂ ਨੂੰ ਕਵਰ ਅਪ ਕਰ ਲਾਂਗੇ ਤਾਂ ਆਪਾਂ ਜਦੋਂ ਇਹਨੂੰ ਰਨ ਕਰਾਂਗੇ ਆਪਾਂ ਨੇ ਤਾਂ ਆਪਣੇ ਕੋਲ ਕੀ ਆ ਜਾਏਗੀ, ਇਹਦੀ ਆਊਟਪੁੱਟ ਆ ਜਾਏਗੀ ਰਿਲੇਸ਼ਨਲ ਆਪਰੇਟਰਸ ਦੀ। ਜਿਵੇਂ ਆਪਣੇ ਟਰੂ 'ਚ ਲੈਣੀ ਆ, ਫੋਲਸ ਲੈਣੀ ਹੈ, ਕਿਵੇਂ ਵੀ ਵੈਲੂ ਲੈਣੀ ਆ, ਉਹ ਵੈਲੂ ਨੂੰ ਇਹ 'ਚ ਕੀ ਕਰ ਲੇਗਾ, ਕਵਰ ਅਪ ਕਰ ਲੇਗਾ। ਅੱਗੇ ਆਪਣੇ ਕੋਲ ਰਹੇ ਆਪਣੇ ਕੋਲ ਲੌਜੀਕਲੀ ਆਪਰੇਟਰਸ ਕਿਹੜੇ ਆਪਰੇਟਰਸ ਹੁੰਦੇ ਨੇ ਹੁਣ ਆਪਣੇ ਕੋਲ। ਲੌਜੀਕਲੀ ਆਪਰੇਟਰਸ ਆਰ ਦੋਜ਼ ਟੂ ਕੰਬੀਨੇਸ਼ਨ ਦਾ 2 ਐਂਡ ਮੋਰ ਕੰਡੀਸ਼ਨ, ਇੱਕ ਜਾਂ ਇੱਕ ਤੋਂ ਵੱਧ ਕੰਡੀਸ਼ਨਸ ਨੂੰ ਕੀ ਕਰਦੇ ਨੇ, ਕੰਪੇਅਰ ਕਰਦੇ ਨੇ। ਵੇਅਰ ਦੇਅਰ ਇਜ਼ ਅ ਨੰਬਰ ਆਫ ਕੰਡੀਸ਼ਨ ਆਰ ਵਨ ਪਰਟੀਕੂਲਰ ਕੇਸ ਟੂ ਬੀ ਟਰੂ ਦੈਨ ਲੌਜੀਕਲੀ ਆਪਰੇਟਰਸ ਆਰ ਯੂਜ਼ ਟੂ ਕੰਬਾਈਨਡ 올 ਦੀ ਕੰਡੀਸ਼ਨਸ। ਅਗਰ ਆਪਣੇ ਕੋਲ ਇਹ
ਅਗਰ ਆਪਣੇ ਕੋਲੇ ਸਾਰੇ ਟਰੂ ਆ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਸਾਰੀਆਂ ਕੰਡੀਸ਼ਨਸ ਨੂੰ ਇਹ ਕੰਪਲੀਟ ਕਰੇਗਾ। ਜਿਵੇਂ ਲੌਜੀਕਲੀ ਆਪਰੇਟਰਸ ਦਾ ਦੇਖੋ ਰਾਜੇ, ਲੌਜੀਕਲੀ ਆਪਰੇਟਰਸ ਦੇ ਵਿੱਚ ਕੀ ਕੀਤਾ ਇਹਨਾਂ ਨੇ, ਆ ਇਹਦੇ ਸਾਈਨ ਨੇਗੇ, ਠੀਕ ਹੈ, ਇਹਨੂੰ ਐਂਡ ਦਾ ਸਾਈਨ ਕਹਿੰਦੇ ਨੇ, ਇਹਨੂੰ ਔਰ ਦਾ ਸਾਈਨ ਕਹਿੰਦੇ ਨੇ, ਤੇ ਇਹਨੂੰ ਨੋਟ ਇਕੁਅਲ ਟੂ ਦਾ ਸਾਈਨ ਕਹਿੰਦੇ ਨੇ। ਇਹ ਸਾਰੀਆਂ ਕੰਡੀਸ਼ਨਸ ਨੇ। ਅਗਰ ਆਪਣੇ ਕੋਲ ਫਾਲਸ ਦੀ ਕੰਡੀਸ਼ਨ ਹੈ ਤਾਂ ਆਪਣੇ ਕੋਲ ਰਿਜ਼ਲਟ ਫਾਲਸ ਆਊਗਾ। ਅਗਰ ਆਪਣੇ ਕੋਲ ਫਾਲਸ ਤੇ ਟਰੂ ਦੀ ਕੰਡੀਸ਼ਨ ਹੈ ਤਾਂ ਫਾਲਸ ਆਏਗਾ। ਇਹ ਸਾਰੀਆਂ ਨੇ ਟਰੂ ਤੇ ਫਾਲਸ, ਟਰੂ ਤੇ ਟਰੂ ਫਾਲਸ। ਇਸ ਤਰੀਕੇ ਦੇ ਨਾਲ ਇਹ ਕੀ ਕਰਦੇ ਨੇ, ਐਂਡ ਆਪਰੇਟਰ ਦੇ ਵਿੱਚ ਇਹ ਕੰਡੀਸ਼ਨਸ ਕੰਪਲੀਟ ਕੀਤੀਆਂ ਜਾਂਦੀਆਂ ਨੇ। ਐਵੇਂ ਔਰ ਆਪਰੇਟਰ ਦੇ ਵਿੱਚ ਹੈ, ਔਰ ਆਪਰੇਟਰਸ ਦੇ ਵਿੱਚ ਵੀ ਇਹ ਸਾਰੀਆਂ ਕੰਡੀਸ਼ਨ ਫਾਲਸ ਦਾ ਫਾਲਸ ਵੈਲੂ, ਫਾਲਸ ਟਰੂ ਦਾ ਟਰੂ ਵੈਲੂ, ਇਸ ਤਰੀਕੇ ਦੇ ਨਾਲ ਇਹ ਕੰਡੀਸ਼ਨਸ ਵੀ ਕੀ ਕੀਤੀਆਂ ਜਾਂਦੀਆਂ ਨੇ, ਕੰਪਲੀਟ ਕੀਤੀਆਂ ਜਾਂਦੀਆਂ। ਅੱਗੇ ਆ ਗਿਆ ਆਪਣੇ ਕੋਲ ਬਿਟ ਵਾਈਜ਼ ਆਪਰੇਟਰ। ਬਿਟ ਵਾਈਜ਼ ਆਪਰੇਟਰਸ ਕਿਹੜੇ ਹੁੰਦੇ ਨੇ? ਬਿਟ ਵਾਈਜ਼ ਆਪਰੇਟਰਸ ਔਰ ਪਰਫਾਰਮ ਦਾ ਆਪਰੇਸ਼ਨ ਆਫ ਔਰ ਦਾ ਲੌਜੀਕਲੀ ਗੇਟਸ, ਲੌਜੀਕਲੀ ਗੇਟ ਦਾ ਪਰਫਾਰਮ ਕਰਦੇ ਨੇ। ਇਟ ਪਰਫਾਰਮ ਦੀ ਆਪਰੇਸ਼ਨ ਆਫ ਦਾ ਲੌਜੀਕਲੀ ਕੰਡੀਸ਼ਨ, ਇਹਦੇ ਵਿੱਚ ਵੀ ਲੌਜੀਕਲੀ ਕੰਡੀਸ਼ਨ ਲਗਾਈ ਜਾਂਦੀ ਹੈ। ਇਟ ਪ੍ਰੋਡਿਊਸ ਦਾ ਆਊਟਪੁੱਟ ਸਿੰਗਲ ਹਾਈ, ਅਗਰ ਤਾਂ ਸਾਡੇ ਕੋਲ ਇਹ ਆਊਟਪੁੱਟ ਪ੍ਰੋਡਿਊਸ ਕਰਦੇ ਨੇ ਹਾਈ ਦੇ ਵਿੱਚ ਤਾਂ 1 ਆਏਗਾ। ਇਫ ਇਨਪੁਟ ਇਜ਼ ਹਾਈ ਦੈਨ 1, ਓਕੇ। ਇਫ ਇਨਪੁਟ ਇਜ਼ ਲੋ ਦੈਨ 0, ਅਗਰ ਸਾਡੀ ਇਨਪੁਟ ਲੋ ਲੈਵਲ ਦੀ ਹੈ, ਯਾਨੀ ਕਿ 1 2 ਦੇ ਵਿੱਚ ਹੈਗੀ, ਆਪਣੇ ਕੋਲ 0 ਤੋਂ ਨੀਚੇ ਹੈਗੀ ਹੈ, ਸੋਰੀ ਮਾਈਨਸ ਦੇ ਵਿੱਚ ਹੈਗੀ, ਤਾਂ 0 ਦੇ ਵਿੱਚ ਆਨਸਰ ਆਏਗਾ। ਅਗਰ ਸਾਡੀ ਹਾਈ ਲੈਵਲ ਦੀ ਹੈ ਤਾਂ ਉਹ 1 ਦੇ ਵਿੱਚ ਹੋਏ। ਇਹ ਬਿਟ ਵਾਈਜ਼ ਆਪਣੀ ਮੈਮਰੀ ਦੇ ਵਿੱਚ ਕੰਮ ਕਰਦੇ ਨੇ। ਕਿੰਨੇ ਬਿਟਸ ਦੇ ਉੱਪਰ ਕੰਮ ਕਰਨਾ ਆਪਾਂ ਨੇ, ਠੀਕ ਹੈ, ਅਕੋਰਡਿੰਗ ਟੂ ਮਤਲਬ ਇਹ ਸਿਸਟਮ ਦੇ ਅਕੋਰਡਿੰਗ ਚੱਲਦਾ ਵੀ, ਜਿਵੇਂ 2 ਦੇ ਵਿੱਚ ਕਿੰਨੇ ਬਿਟਸ ਆਉਂਦੇ ਨੇ, 16 ਦੇ ਵਿੱਚ ਕਿਵੇਂ ਬਿਟ ਆਉਂਦੇ ਨੇ, ਤੇ ਇਹ ਸਾਰੇ ਇਹਦੇ ਵਿੱਚ ਕੀ ਹੁੰਦੇ ਨੇ, ਕਵਰ ਅਪ ਹੋ ਜਾਂਦੇ ਨੇ। ਅੱਗੇ ਆਪਣੇ ਕੋਲ ਅਸਾਈਨਮੈਂਟ ਆਪਰੇਟਰ ਆ ਜੀ। ਹੁਣ ਅਸਾਈਨਮੈਂਟ ਆਪਰੇਟਰਸ ਕੀ ਕੰਮ ਕਰਦੇ ਨੇ? ਅਸਾਈਨਮੈਂਟ ਆਪਰੇਟਰਸ ਆਰ ਯੂਜ਼ਡ ਟੂ ਅਸਾਈਨ ਦੀ ਵੈਲਿਊ ਨੂੰ ਅਸਾਈਨ ਕਰਦੇ ਨੇ ਬੈਕ ਟੂ ਵੇਰੀਏਬਲ ਨੂੰ ਬੈਕ ਤੇ ਪ੍ਰੋਵਾਈਡ ਕਰਦੇ ਨੇ। ਇਹ ਮੋਡੀਫਾਈ ਵੈਲਿਊ ਆਫ ਪ੍ਰੈਜ਼ੈਂਟਿੰਗ ਦਾ ਹੋਲਡਿੰਗ। ਅਸਾਈਨਮੈਂਟ ਆਪਰੇਟਰ ਆਰ ਦਾ ਬਾਈਨਰੀ ਆਪਰੇਟਰਸ, ਇਹਨਾਂ ਨੂੰ ਬਾਈਨਰੀ ਆਪਰੇਟਰਸ ਵੀ ਕਿਹਾ ਜਾਂਦਾ ਹੈ। ਅਸਾਈਨਮੈਂਟ ਆਪਰੇਟਰ ਇਵੈਲੂਏਟ ਦਾ ਓਪਰੈਂਡ ਆਫ ਰਾਈਟ ਹੈਂਡ ਸਾਈਡ, ਵੀ ਇਹ ਰਾਈਟ ਹੈਂਡ ਸਾਈਡ ਦੇ ਉੱਪਰ ਕੀ ਕਰਦੇ ਨੇ, ਓਪਰੈਂਡ ਨੂੰ ਕ੍ਰੀਏਟ ਕਰਦੇ ਨੇਗੇ। ਸਾਡੇ ਕੋਲ ਓਪਰੈਂਡ ਕੀ, ਰਾਈਟ ਸਾਈਡ ਦੇ ਓਪਰੈਂਡ ਨੂੰ ਰਾਜੇ ਕਿਵੇਂ ਇਹ ਆਪਰੇਟ ਕਰਨਗੇ, ਇਹ ਦੇਖੋ ਇਹਦੇ ਵਿੱਚ ਕੀ ਦੱਸਿਆ ਹੋਇਆ। ਆਹ ਦੇਖੋ, ਜਿਵੇਂ ਹੁਣ ਆਪਣੇ ਕੋਲ ਇਹ ਐਗਜ਼ਾਮਪਲਸ ਦੇ ਰੱਖੀਆਂ ਨੇ, ਆਪਾਂ ਨੂੰ ਕਾਫੀ ਐਗਜ਼ਾਮਪਲਸ ਨੇ। ਜਿਵੇਂ ਆਪਣੇ ਕੋਲ ਇਕੁਅਲ ਟੂ ਦਾ ਸਾਈਨ ਹੈ ਫਸਟ ਦੇ ਵਿੱਚ, ਦਾ ਇਕੁਅਲ ਟੂ ਸਾਈਨ ਰਾਈਟ ਐਂਡ ਹੈਂਡ ਸਾਈਡ ਵੈਲਿਊ ਆਫ ਦਾ ਲੈਫਟ ਸਾਈਡ, ਠੀਕ ਹੈ। ਜੋ ਵੈਲਿਊ ਹੋਏਗੀ ਉਹ ਲੈਫਟ ਸਾਈਡ 'ਤੇ ਹੋਏਗੀ, ਔਰ ਜੋ ਸਾਈਨ ਹੋਏਗਾ ਉਹ ਰਾਈਟ ਸਾਈਡ 'ਤੇ ਹੋਏਗਾ। ਇਸ ਤਰੀਕੇ ਦੇ ਨਾਲ ਆਪਣੇ ਕੋਲ ਸੈਕਿੰਡ ਪੁਆਇੰਟ ਹੈ। ਸੈਕਿੰਡ ਪੁਆਇੰਟ ਦੇ ਵਿੱਚ ਦਿਸ ਆਪਰੇਟਰ ਐਡ ਦੀ ਵੈਲਿਊ ਆਫ ਲੈਫਟ ਸਾਈਡ ਵੇਰੀਏਬਲ ਵੈਲਿਊਜ਼ ਐਂਡ ਵੈਲਿਊ ਆਫ ਰਾਈਟਸ ਹੈਂਡ ਸਾਈਡਸ, ਵੀ ਜੋ ਆਪਣੇ ਕੋਲ ਵੇਰੀਏਬਲ ਹੈ ਉਹ ਰਾਈਟ ਸਾਈਡ 'ਤੇ ਲਵਾਂਗੇ ਅਤੇ ਵੈਲਿਊ ਆਪਾਂ ਲੈਫਟ ਸਾਈਡ 'ਤੇ ਲਵਾਂਗੇ। ਇਸ ਤਰੀਕੇ ਦੇ ਨਾਲ ਕੰਪੈਰੀਜ਼ਨ ਕਰਦੇ ਜਾਵਾਂਗੇ। ਦੈਨ ਆਪਣੇ ਕੋਲ ਅੱਗੇ ਸਬਟਰੈਕਟ ਦਾ ਵੀ ਹੈ ਥਰਡ ਪੁਆਇੰਟ ਦੇ ਵਿੱਚ, ਅਤੇ ਫੋਰਥ ਪੁਆਇੰਟ ਦੇ ਵਿੱਚ ਮਲਟੀਪਲਾਈ ਦਾ, ਫਿਫਥ ਪੁਆਇੰਟ ਦੇ ਵਿੱਚ ਡਿਵਾਈਡ ਦਾ ਸਾਈਨ ਹੈ, ਅਤੇ ਆਪਣੇ ਕੋਲ ਲਾਸਟ ਦੇ ਵਿੱਚ ਕੀ ਹੈ, ਰਿਮਾਈਂਡਰ ਦਾ ਸਾਈਨ ਹੈ। ਇਹਨਾਂ ਸਾਈਨਸ ਨੂੰ ਆਪਾਂ ਯੂਜ਼ ਕਰਕੇ ਆਪਾਂ ਆਪਣੇ ਅਸਾਈਨਮੈਂਟ ਆਪਰੇਟਰ ਨੂੰ ਕਵਰ ਅਪ ਕਰ ਸਕਦੇ ਹਾਂ।